ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਵਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਭਗਤ ਨਾਮਦੇਵ ਜੀ ਮਹਾਰਾਜ ਅਕਾਲ ਪੁਰਖ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਆਨ ਦੇਵ ਦੀ ਪੂਜਾ ਨਿਰਾਰਥ ਹੈ, ਇਹ ਦਰਸਾ ਰਹੇ ਨੇ ਭਗਤ ਨਾਮਦੇਵ ਜੀ ਕਿ ਅਕਾਲ ਪੁਰਖ ਦੀ ਪੂਜਾ ਛੱਡ ਕੇ, ਕਿਉਂਕਿ ਪੰਥ ਖਾਲਸਾ ਕੇਵਲ ਅਕਾਲ ਦਾ ਪੁਜਾਰੀ ਹੈ, ਇਹ ਅਕਾਲ ਦੀ ਪੂਜਾ ਕਰਦਾ, ਬਿਨਾਂ ਅਕਾਲ ਤੋਂ ਕਿਸੇ ਦੂਸਰੇ ਨੂੰ ਨਹੀਂ ਜਾਣਦਾ। ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ। ਅਕਾਲੀ ਕਿਸ ਨੂੰ ਕਹਿੰਦੇ ਨੇ? ਜਿਹੜਾ ਅਕਾਲ ਨੂੰ ਪੂਜਦਾ ਤੇ ਅਕਾਲ ਨੂੰ ਮੰਨਦਾ ਹੈ, ਬਿਨਾਂ ਅਕਾਲ ਤੋਂ ਕਿਸੇ ਦੂਜੇ ਨੂੰ ਨਹੀਂ ਜਾਣਦਾ, ਉਹ ਹੈ ਅਕਾਲੀ। ਇਹ ਅਕਾਲੀ ਦੀ ਪਰਿਭਾਸ਼ਾ ਹੈ। ਖਾਲਸਾ ਕੇਵਲ ਅਕਾਲ ਦਾ ਪੁਜਾਰੀ ਹੈ, ਇੱਕ ਅਕਾਲ ਤੋਂ ਬਿਨਾਂ ਕਿਸੇ ਦੂਜੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਨਹੀਂ ਪੂਜਦਾ। ਭਗਤ ਨਾਮਦੇਵ ਜੀ ਮਹਾਰਾਜ ਜੀ ਵੀ ਉਸੇ ਅਕਾਲ ਦੇ ਪੁਜਾਰੀ ਨੇ। ਇਸ ਕਰਕੇ ਅੱਜ ਦੇ ਪਵਿੱਤਰ ਸ਼ਬਦ ਵਿੱਚ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਪੂਜਾ ਦਾ ਸਾਨੂੰ ਉਪਦੇਸ਼ ਦਿੰਦੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌਂਡਾ ਭੈਰੋ ਪੂਤ ਸੀਤਲਾ ਤਾਵੈ। ਗੌਂਡ ਰਾਗ ਹੈ। ਭਗਤ ਨਾਮਦੇਵ ਜੀ ਫਰਮਾਉਂਦੇ ਆ ਵੀ ਕੋਈ ਤਾਂ ਭੈਰੋ ਨੂੰ ਪੂਜਦਾ ਧਿਆਉਂਦਾ ਹੈ। ਜਿਹੜਾ ਧਾਵੈ ਸ਼ਬਦ ਆਇਆ ਨਾ, ਧਾਵੈ ਦਾ ਮਤਲਬ ਹੁੰਦਾ ਧਿਆਉਣਾ। ਬੜੇ ਲੋਕ ਨੇ ਜਿਹੜੇ ਭੈਰੋ ਨੂੰ ਧਿਆਉਂਦੇ ਐ, ਉਹ ਕਹਿੰਦੇ ਜੀ ਸਾਡੇ ਤੇ ਭੈਰੋਂ ਦਾ ਪਹਿਰਾ ਆਉਂਦਾ। ਪਖੰਡੀ ਜਿਹੜੇ ਹੁੰਦੇ ਆ ਨਾ, ਪਖੰਡੀ ਕਹਿੰਦੇ ਅਸੀਂ ਭੈਰੋਂ ਦੀ ਚੌਂਕੀ ਦਿੰਦੇ ਆ, ਤੇ ਰੱਜ ਕੇ ਸ਼ਰਾਬ ਵੀ ਪੀਂਦੇ ਨੇ, ਮਾੜੀਆਂ ਭੈੜੀਆਂ ਬਦ ਫੈਲੀਆਂ ਵੀ ਕਰਦੇ ਨੇ, ਤੇ ਬਾਅਦ 'ਚ ਕਹਿੰਦੇ ਜੀ ਭੈਰੋਂ ਇਹ ਸਾਰੀਆਂ ਚੀਜ਼ਾਂ ਵਰਤਦਾ ਹੈ। ਲੋਕਾਂ ਨੂੰ ਗੁੰਮਰਾਹ ਕਰਦੇ ਨੇ ਇਦਾਂ ਦਾ ਪਖੰਡ ਕਰਕੇ। ਬੜੇ ਨੇ ਜਿਹੜੇ ਭੈਰੋਂ ਨੂੰ ਧਿਆਉਂਦੇ ਆ, ਬੜੇ ਨੇ ਜਿਹੜੇ ਭੂਤਾਂ ਪ੍ਰੇਤਾਂ ਨੂੰ ਹੀ ਧਿਆਈ ਜਾਂਦੇ ਆ, ਮੜੀਆਂ ਕਬਰਾਂ ਨੂੰ ਪੂਜ ਕੇ। ਉਹਨਾਂ 'ਚ ਜਿਹੜੇ ਜਿੰਨ ਭੂਤ ਨੇ ਉਹਨਾਂ ਨੂੰ ਹੀ ਧਿਆਈ ਜਾਂਦੇ ਆ, ਤੇ ਪੁੱਛਣ ਤੇ ਕਹਿੰਦੇ ਜੀ ਇਹ ਸਾਡੇ ਜਠੇਰੇ ਨੇ, ਕੋਈ ਕਹਿੰਦਾ ਜੀ ਸਾਡੇ ਵਡੇਰੇ ਨੇ, ਕੋਈ ਕਹਿੰਦਾ ਜੀ ਸਾਡੇ ਪੁਰਖੇ ਨੇ, ਇਹ ਫਲਾਣੇ ਦੀ ਸਮਾਧ ਹੈ, ਫਲਾਣੀ ਦੀ ਮੜੀ ਹੈ। ਉਹਨਾਂ ਭੂਤਾਂ ਪ੍ਰੇਤਾਂ ਨੂੰ ਹੀ ਧਿਆਈ ਜਾਂਦੇ ਆ। ਕੋਈ ਸ਼ੀਤਲਾ ਨੂੰ ਧਿਆਈ ਜਾਂਦਾ ਹੈ। ਗੁਰੂ ਕੇ ਸਿੱਖ ਨੂੰ ਇਹ ਸਭ ਕੁਝ ਨਹੀਂ ਸੋਭਦਾ। ਗੁਰੂ ਕੀ ਸਿੱਖੀ ਤੋਂ ਬਾਹਰੇ ਲੋਕ ਜਿਹੜੇ ਹਨ, ਉਹ ਕਿਸੇ ਮਤ ਨਾਲ, ਕਿਸੇ ਮਜ਼ਹਬ ਨਾਲ ਸੰਬੰਧ ਰੱਖਦੇ ਹੋਣ, ਉਹ ਧਿਆਉਂਦੇ ਨੇ ਭੈਰੋਂ ਭੂਤ ਸੀਤਲਾ, ਤਾਂ ਧਿਆਈ ਜਾਣ, ਸਾਨੂੰ ਕੋਈ ਆਪੱਤੀ ਨਹੀਂ। ਪਰ ਗੁਰੂ ਕੇ ਸਿੱਖ ਵਾਸਤੇ ਕਰਤੱਵ ਨਹੀਂ ਕਿ ਗੁਰੂ ਕਾ ਸਿੱਖ ਸਿਰ ਤੇ ਦਸਤਾਰ ਬੱਧੀ ਹੋਵੇ ਤੇ ਸੀਤਲਾ ਨੂੰ ਧਿਆਉਂਦਾ ਹੋਵੇ, ਭੈਰੋਂ ਨੂੰ ਧਿਆਉਂਦਾ ਹੋਵੇ, ਤੇ ਗੁਰੂ ਕੇ ਸਿੱਖ ਨੂੰ ਨਹੀਂ ਸੋਭਦਾ। ਮਹਾਰਾਜ ਜੀ ਕਹਿੰਦੇ ਭਾਈ ਬੜੇ ਨੇ ਜਿਹੜੇ ਭੈਰੋਂ ਭੂਤ ਤੇ ਸ਼ੀਤਲਾ ਆਦਿਕ ਦੇਵੀਆਂ ਨੂੰ ਧਿਆਉਂਦੇ ਹਨ। ਖਰ ਬਾਹਨ ਉਹ ਛਾਰ ਉਡਾਵੇ। ਸ਼ਾਸਤਰਾਂ ਵਿੱਚ ਇਹ ਗੱਲ ਲਿਖੀ ਹੈ ਵੀ ਜਿਹੜਾ ਜਿਸ ਨੂੰ ਧਿਆਉਂਦਾ ਉਹਦੇ ਵਰਗਾ ਹੋ ਜਾਂਦਾ। ਜੇ ਉਹ ਉਹਦੇ ਵਰਗਾ ਨਾ ਹੋਵੇ ਤੇ ਜਿਹੜਾ ਉਹਦਾ ਵਾਹਨ ਹੈ ਫਿਰ ਉਹਦਾ ਰੂਪ ਹੋ ਜਾਂਦਾ। ਹੁਣ ਭੈਰੋਂ ਜਿਹੜੀ ਸਵਾਰੀ ਕਰਦਾ, ਭੈਰੋਂ ਦੀ ਸਵਾਰੀ ਆ ਕੁੱਤਾ, ਉਹ ਕੁੱਤੇ ਤੇ ਸਵਾਰ ਹੁੰਦਾ। ਕਹਿੰਦੇ ਜੇ ਸਾਧਨਾ ਪੂਰੀ ਹੋ ਗਈ ਤੇ ਭੈਰੋਂ ਦਾ ਵਿਕਰਾਲ ਰੂਪ ਹੋ ਗਿਆ, ਨਾ ਹੋਈ ਤੇ ਘੱਟੋ ਘੱਟ ਕੂਕਰ ਦੀ ਜੋਨੀ 'ਚ ਜਾਏਗਾ। ਭਗਤ ਨਾਮਦੇਵ ਜੀ ਕਹਿੰਦੇ ਫਿਰ ਉਹ ਕੂਕਰ ਬਣੇਗਾ। ਹੁਣ ਸੀਤਲਾ ਦੀ ਜਿਹੜੀ ਸਵਾਰੀ ਉਹ ਹੈ ਗਧਾ,
ਖਰ ਖਰ ਭਗਤ ਨਾਮਦੇਵ ਜੀ ਇੱਥੇ ਕਹਿ ਰਹੇ ਖਰ ਖਰ ਨਾਮ ਹੈ ਗਧੇ ਦਾ। ਵਾਹਨ ਕਹਿੰਦੇ ਨੇ, ਵਾਹਨ ਸ਼ੀਤਲਾ ਦਾ ਵਾਹਨ ਗਧਾ ਹੈ। ਧਿਆ ਕੇ ਜੇ ਨਾ ਪੂਰਨ ਹੋਈ ਸਾਧਨਾ ਤੇ ਗਧੇ ਦੀ ਜੂਨ ਚ ਜਾਵੇਗਾ। ਛਾਰ ਉਡਾਵੇ ਦਾ ਮਤਲਬ ਹੁੰਦਾ ਵੀ ਮਿੱਟੀ ਉਡਾਉਣ ਵਾਲਾ ਭੂਤ, ਵਾਵਰੋਲਾ ਬਣੇਗਾ। ਜਿਹੜਾ ਭੂਤਾਂ ਨੂੰ ਧਿਆਉਂਦਾ ਉਹ ਵਾਵਰੋਲਾ ਬਣ ਕੇ ਖੇ ਉਡਾਉਂਦਾ ਫਿਰੇਗਾ ਸੰਸਾਰ ਵਿੱਚ। ਇਹੋ ਜੀ ਅਵਸਥਾ ਨੂੰ ਪ੍ਰਾਪਤ ਹੋਣਗੇ। ਹਉ ਤੋ ਏਕ ਰਮਈਆ ਲੈ ਹੋ। ਭਗਤ ਨਾਮਦੇਵ ਜੀ ਕਹਿੰਦੇ ਮੈਂ ਨਹੀਂ ਜਾਣਦਾ ਕਿਸੇ ਦੇਵੀ ਦੇਵਤੇ ਨੂੰ, ਨਾ ਮੈਂ ਕਿਸੇ ਦੇਵੀ ਦੇਵਤੇ ਨੂੰ ਧਿਆਉਣਾ, ਮੈਂ ਤਾਂ ਆਪਣੇ ਇੱਕ ਰਮੇ ਹੋਏ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦਾ ਹਾਂ। ਮੈਂ ਤਾਂ ਕੇਵਲ ਉਸ ਰਮੇ ਹੋਏ ਰਾਮ ਦਾ ਨਾਮ ਜਪਦਾ, ਉਸੇ ਦੇ ਰਾਮ ਨਾਮ ਦੀ ਆਰਾਧਨਾ ਕਰਦਾ ਹਾਂ। ਆਨ ਦੇਵ ਬਦਲਾਵਨ ਦੇ ਹੋ। ਬਾਕੀ ਜਿੰਨੇ ਦੇਵਤੇ ਨੇ ਮੈਂ ਉਹਦੇ ਨਾਮ ਤੋਂ ਬਦਲਾਵਨ ਕਹੀਏ ਵਾਰ ਦਿੱਤੇ ਨੇ, ਕੁਰਬਾਨ ਕਰ ਦਿੱਤੇ ਨੇ, ਪਾਸੇ ਕਰ ਦਿੱਤੇ ਨੇ। ਬਦਲਾਵਨ ਕਹੀਏ, ਬਦਲਾ ਦਾ ਮਤਲਬ ਹੁੰਦਾ ਵੀ ਉਹਦਾ ਬਦਲ। ਬਾਕੀ ਜਿੰਨੇ ਦੇਵੀ ਦੇਵਤੇ ਨੇ ਉਹਨਾਂ ਦਾ ਜਿਹੜਾ ਬਦਲਾਵਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਮੈਂ ਉਸੇ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ। ਰਹਾਉ ਸੇਵ ਸੇਵ ਕਰਤੇ ਜੋ ਨਰ ਧਿਆਵੈ। ਬੜੇ ਨੇ ਜਿਹੜੇ ਸ਼ਿਵ ਸ਼ਿਵ ਕਰਦੇ ਸ਼ਿਵ ਨੂੰ ਧਿਆਉਂਦੇ ਹਨ। ਬਾਰਦ ਚੜੇ ਡੌਰੂ ਟਮਕਾਵੈ। ਕੀ ਮਿਲੇਗਾ? ਕਹਿੰਦੇ ਉਹਦੇ ਵਰਗੇ ਹੋਣਗੇ ਚਿੱਟੇ ਰੰਗ ਦੇ ਬਲਦ ਦੇ ਉੱਤੇ ਸਵਾਰ ਹੋ ਕੇ ਡੌਰੂ ਡਮਕਾਵੈ, ਹੱਥ ਵਿੱਚ ਡੌਰੂ ਵਜਾਉਂਦੇ ਫਿਰਨਗੇ। ਮਹਾ ਮਾਈ ਕੀ ਪੂਜਾ ਕਰੈ। ਖਾਲਸਾ ਜੀ ਭਗਤ ਨੇ ਭਗਤ ਪੀਪਾ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ। ਭਗਤ ਪੀਪਾ ਜੀ ਮਹਾਰਾਜ, ਭਗਤ ਪੀਪਾ ਜੀ ਦੇਵੀ ਦੇ ਭਗਤ ਸਨ, ਦੇਵੀ ਦੀ ਆਰਾਧਨਾ ਕਰਦੇ ਸੀ, ਰਾਜੇ ਸੀ, ਬੜੇ ਵੱਡੇ ਰਾਜੇ ਸਨ ਭਗਤ ਪੀਪਾ ਜੀ। ਐਸੀ ਆਰਾਧਨਾ ਕੀਤੀ ਵੀ ਇੱਕ ਵਾਰ ਦੇਵੀ ਪ੍ਰਗਟ ਹੋਈ। ਉਹਨੇ ਆਖਿਆ ਮੰਗ ਕੀ ਚਾਹੀਦਾ, ਕੋਈ ਕਿਹੜਾ ਵਰ ਚਾਹੀਦਾ? ਤੇ ਭਗਤ ਪੀਪਾ ਜੀ ਕਹਿਣ ਲੱਗੇ ਜੀ ਮੈਨੂੰ ਮੁਕਤੀ ਚਾਹੀਦੀ ਹੈ। ਤਾਂ ਉਸ ਵਕਤ ਉਸ ਮਾਈ ਨੇ ਅੱਗੋਂ ਜਵਾਬ ਦਿੱਤਾ ਵੀ ਮੁਕਤੀ ਨਹੀਂ ਮੈਂ ਦੇ ਸਕਦੀ, ਕੋਈ ਪਦਾਰਥ ਦਾ ਵਰ ਚਾਹੀਦਾ ਤਾਂ ਮੈਂ ਦੇ ਦਿੰਨੀ। ਜੇ ਮੁਕਤੀ ਲੈਣੀ ਆ ਤਾਂ ਸਾਧੂਆਂ ਦੀ ਸੰਗਤ ਵਿੱਚ ਜਾ ਤੇ ਉਹਨਾਂ ਦੀ ਸੰਗਤ ਵਿੱਚੋਂ ਤੈਨੂੰ ਮੁਕਤੀ ਮਿਲੇਗੀ। ਤਾਂ ਉਸ ਵਕਤ ਭਗਤ ਪੀਪਾ ਜੀ ਨੇ ਜਿਹੜਾ ਜਵਾਬ ਦਿੱਤਾ ਸੀ, ਭਗਤ ਨਾਮਦੇਵ ਜੀ ਉਹਦਾ ਜ਼ਿਕਰ ਕਰ ਰਹੇ ਨੇ। ਕਹਿੰਦੇ ਜਿਹੜੇ ਮਹਾਮਾਈ ਦੀ ਪੂਜਾ ਕਰਦੇ ਨੇ, ਹੁਣ ਸੁਭਾਵਕ ਹੈ ਜਿਹਦੀ ਕੋਈ ਆਰਾਧਨਾ ਕਰੇਗਾ ਉਹਦੇ ਵਰਗਾ ਹੋਵੇਗਾ ਨਾ, ਤੇ ਜੇ ਮਾਈ ਦੀ ਕੋਈ ਪੂਜਾ ਕਰੇਗਾ ਤੇ ਅਗਲੀ ਪੰਕਤੀ ਚ ਦੱਸਦੇ ਆ ਨਰ ਸੈ ਨਾਰ ਹੋਏ ਅਵਤਰੈ। ਨਰ ਤੋਂ ਇਸਤਰੀ ਹੋ ਜਾਏਗਾ ਫਿਰ, ਕਿਉਂਕਿ ਮਾਈ ਤਾਂ ਇਸਤਰੀ ਹੈ ਨਾ। ਵੀ ਜੇ ਮਰਦ ਹੋ ਕੇ ਇਸਤਰੀ ਨੂੰ ਧਿਆਵੇਗਾ ਤਾਂ ਸੁਭਾਵਕ ਹੈ ਫਿਰ ਉਹ ਇਸਤਰੀ ਰੂਪ ਨਾਰੀ ਰੂਪ ਹੋ ਕੇ ਮਨੁੱਖ ਤੋਂ ਨਾਰ ਹੋ ਜਾਏਗਾ। ਐਸੀ ਇਹਦੀ ਤਬਦੀਲੀ ਹੋਵੇਗੀ। ਤੋ ਕਹੀਅਤ ਹੀ ਆਦ ਭਵਾਨੀ। ਭਗਤ ਪੀਪਾ ਜੀ ਮਹਾਰਾਜ ਜੀ ਨੇ ਕਿਹਾ, ਭਗਤ ਨਾਮਦੇਵ ਜੀ ਦੱਸ ਰਹੇ ਨੇ, ਕਹਿੰਦੇ ਹੇ ਪ੍ਰਭੂ, ਹੇ ਮਾਈ, ਤੈਨੂੰ ਆਦ ਭਵਾਨੀ ਈਸ਼ਰੀ ਕਹਿੰਦੇ ਆ ਸੰਸਾਰ ਵਿੱਚ, ਵੀ ਤੂੰ ਸਾਰਿਆਂ ਦੀ ਆਦ ਮੁੱਢ ਹੈ, ਭਵਾਨੀ ਹੈ। ਮੁਕਤ ਕੀ ਬਰੀਆ ਕਹਾਂ ਛਪਾਨੀ। ਤੇ ਜਦੋਂ ਮੈਂ ਤੇਰੇ ਕੋਲੋਂ ਮੁਕਤੀ ਦਾ ਦਾਨ ਮੰਗਿਆ, ਤੂੰ ਮੁਕਤੀ ਦੀ ਵਾਰ ਕਿੱਥੇ ਛੁਪ ਗਈ? ਕਹਿਨੀ ਆ ਮੈਂ ਮੁਕਤੀ ਦੇ ਨਹੀਂ ਸਕਦੀ। ਮੁਕਤੀ ਦੇਣ ਵੇਲੇ ਕਿੱਥੇ ਛੁਪ ਗਈ? ਮਲਸੀਏ ਪਿੰਡ ਦੇ ਰਹਿਣ ਵਾਲੇ ਨੇ ਭਾਈ ਭਗੀਰਥ ਜੀ, ਸੁਲਤਾਨਪੁਰ ਸਾਹਿਬ ਦੇ ਨੇੜੇ ਨਗਰ ਹੈ ਮਲਸੀਆਂ। ਦੇਵੀ ਦੀ ਆਰਾਧਨਾ ਕਰਦੇ ਆ। ਦੇਵੀ ਦੀ ਆਰਾਧਨਾ ਕਰਦੇ ਇੱਕ ਦਿਨ ਮੰਦਿਰ 'ਚ ਇਹੋ ਜਿਹੀ ਸੁਰਤ ਲੱਗੀ ਵੀ ਰਾਤ ਅੱਧੀ ਬੀਤ ਗਈ। ਅਗਲਾ ਦਿਨ ਬੀਤ ਗਿਆ। ਦੂਜੀ ਰਾਤ ਦਾ ਅੱਧਾ ਸਮਾਂ ਜਦੋਂ ਬੀਤਿਆ ਤੇ ਅੱਖ ਲੱਗ ਗਈ। ਸੁਪਨੇ ਵਿੱਚ ਭਵਾਨੀ ਨੇ ਦਰਸ਼ਨ ਦਿੱਤੇ ਦੇਵੀ ਨੇ।
ਭਾਈ ਭਗੀਰਥ ਨੇ ਦਰਸ਼ਨ ਕੀਤੇ ਤੇ ਦੇਵੀ ਕਹਿਣ ਲੱਗੀ ਮੰਗ ਕੀ ਚਾਹੀਦਾ? ਕਹਿੰਦਾ ਮੈਨੂੰ ਮੁਕਤੀ ਚਾਹੀਦੀ ਹੈ। ਤਾਂ ਦੇਵੀ ਨੇ ਆਖਿਆ ਵੀ ਮੈਂ ਮੁਕਤੀ ਨਹੀਂ ਦੇ ਸਕਦੀ। ਜੇ ਤਾਂ ਮੁਕਤੀ ਲੈਣੀ ਹੈ ਭਾਈ ਭਗੀਰਥ ਤਾਂ ਸੁਲਤਾਨਪੁਰ ਸਾਹਿਬ 'ਚ ਮੋਦੀ ਖਾਨੇ 'ਚ ਬੈਠੇ 13 ਤੋਲ ਰਹੇ ਨੇ ਗੁਰੂ ਨਾਨਕ ਪਾਤਸ਼ਾਹ। ਜੇ ਮੁਕਤੀ ਚਾਹੀਦੀ ਹੈ ਤਾਂ ਫਿਰ ਉਹਨਾਂ ਦੀ ਸ਼ਰਨ 'ਚ ਚਲਾ ਜਾ, ਮੁਕਤੀ ਉਹ ਹੀ ਦੇ ਸਕਦੇ ਨੇ, ਮੈਂ ਨਹੀਂ ਦੇ ਸਕਦੀ। ਇਹ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ। ਭਾਈ ਭਗੀਰਥ ਜੀ ਸੁਲਤਾਨਪੁਰ ਸਾਹਿਬ ਆਏ, ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਤੇ ਮੁਕਤ ਅਵਸਥਾ ਨੂੰ ਪ੍ਰਾਪਤ ਹੋਏ। ਕਹਿੰਦੇ ਜਦੋਂ ਮੁਕਤੀ ਮੰਗੀ ਫਿਰ ਕਿੱਥੇ ਛਪ ਗਈ? ਮੁਕਤ ਕੀ ਬਰੀਆ ਕਹਾਂ ਛਪਾਨੀ, ਕਿਉਂਕਿ ਮੁਕਤ ਕਰ ਹੀ ਨਹੀਂ ਸਕਦੀ। ਵਰ ਦੇ ਸਕਦੀ ਹੈ, ਪਦਾਰਥ ਦੇ ਸਕਦੀ ਹੈ, ਪਰ ਮੁਕਤੀ ਨਹੀਂ ਦੇ ਸਕਦੀ। ਗੁਰਮਤਿ ਰਾਮ ਨਾਮ ਗਹੁ ਮੀਤਾ। ਇਹ ਭਾਈ ਜੇ ਤੂੰ ਮੁਕਤ ਹੋਣਾ ਨਾ ਤੇ ਗੁਰੂ ਦੀ ਮੱਤ ਲੈ ਕੇ ਰਾਮ ਦੇ ਨਾਮ ਨੂੰ ਕਹੋ, ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਭਜਨ ਕਰੋ, ਉਹਦਾ ਨਾਮ ਧਿਆਵੋ, ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰੋ ਗੁਰੂ ਦੀ ਮੱਤ ਲੈ ਕੇ। ਪ੍ਰਣਬੈ ਨਾਮਾ ਇਉ ਕਹਿ ਗੀਤਾ। ਭਗਤ ਨਾਮਦੇਵ ਜੀ ਕਹਿੰਦੇ ਪੰਡਤ ਜੀ ਇਹ ਗੱਲ ਤਾਂ ਗੀਤਾ ਵਿੱਚ ਵੀ ਭਗਵਾਨ ਕ੍ਰਿਸ਼ਨ ਨੇ ਕਹੀ ਹੈ ਕਿ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪੋ ਜੇ ਮੁਕਤ ਹੋਣਾ। ਔਰ ਇਹ ਗੱਲ ਭਗਵਾਨ ਕ੍ਰਿਸ਼ਨ ਜੀ ਨੇ ਵੀ ਇਉਂ ਕਹਿ ਗੀਤਾ ਭਗਵਾਨ ਕ੍ਰਿਸ਼ਨ ਜੀ ਦੀ ਉਚਾਰਨ ਕੀਤੀ ਹੋਈ ਉਪਨਿਸ਼ਦ ਹੈ ਗੀਤਾ। ਬਹੁਤ ਡੂੰਘਾ ਸਿਧਾਂਤ ਮਹਾਰਾਜ ਭਗਵਾਨ ਕ੍ਰਿਸ਼ਨ ਜੀ ਨੇ ਇਹਦੇ 'ਚ ਵਰਣਨ ਕੀਤਾ ਹੈ। ਬਾਲ ਗੰਗਾਧਰ ਤਿਲਕ ਹਿੰਦੁਸਤਾਨ ਦੇ ਪ੍ਰਸਿੱਧ ਕ੍ਰਾਂਤੀਕਾਰੀ ਵੀ ਹੋਏ, ਵਿਦਵਾਨ ਵੀ ਹੋਏ। ਉਹਨਾਂ ਨੇ ਸ਼੍ਰੀ ਮਦ ਭਾਗਵਤ ਗੀਤਾ ਦਾ ਟੀਕਾ ਕੀਤਾ ਤੇ ਉਹਦਾ ਨਾਮ ਰੱਖਿਆ ਗੀਤਾ ਰਹੱਸਿਆ। ਬਹੁਤ ਹੀ ਕਮਾਲ ਦੀ ਰਚਨਾ ਹੈ ਬਾਲ ਗੰਗਾਧਰ ਤਿਲਕ ਜੀ ਦੀ। ਵੈਸੇ ਤਾਂ ਗੀਤਾ ਦੇ ਬਹੁਤ ਸਾਰੇ ਟੀਕੇ ਮਿਲ ਜਾਂਦੇ ਨੇ, ਪਰ ਬਾਲ ਗੰਗਾਧਰ ਤਿਲਕ ਦਾ ਟੀਕਾ ਗੀਤਾ ਰਹੱਸਿਆ ਪੜ੍ਹਨੇ ਯੋਗ ਹੈ ਹਿੰਦੀ ਵਿੱਚ। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ ਕਿ ਗੀਤਾ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦਾ ਨਾਮ ਜਪਿਆ ਜੀਵ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਬੰਧਨਾਂ ਤੋਂ ਮੁਕਤ ਹੁੰਦਾ। ਜਿਹੜੀਆਂ ਇਹ ਆਮ ਸ਼ਕਤੀਆਂ ਨੇ ਦੇਵੀ ਦੇਵਤਿਆਂ ਦੀਆਂ, ਇਹਦੇ ਨਾਲ ਨਹੀਂ ਜੁੜਨਾ। ਜਿਹੜਾ ਅਕਾਲ ਪੁਰਖ ਇਹਨਾਂ ਸ਼ਕਤੀਆਂ ਨੂੰ ਚੇਤਨਾ ਦੇਣ ਵਾਲਾ ਹੈ ਉਹਦੇ ਨਾਲ ਜੁੜਦਾ, ਉਹਦੀ ਸਾਧਨਾ ਕਰਨੀ, ਉਹਦਾ ਧਿਆਨ ਧਾਰਨ ਕਰਨਾ। ਹਾਂਜੀ। ਬਿਲਾਵਲ ਗੌਂਡਾ ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ। ਬਿਲਾਵਲ ਤੇ ਗੋਂਡ ਦੋਵੇਂ ਰਾਗ ਮਿਸ਼ਰਤ ਕਰਕੇ ਸ਼ਬਦ ਗਾਇਨ ਕਰਨ ਦਾ ਹੁਕਮ ਹੈ। ਭਗਤ ਜੀ ਇੱਕ ਦਿਨ ਟੁਰੇ ਜਾਂਦੇ ਤੇ ਰਸਤੇ 'ਚ ਇੱਕ ਪੰਡਤ ਸੀ ਕਰਮਕਾਂਡੀ। ਭਗਤ ਨਾਮਦੇਵ ਜੀ ਜਦੋਂ ਉਹਦੇ ਕੋਲੋਂ ਦੇ ਲੰਘੇ ਤੇ ਉਹ ਪੰਡਤ ਇੱਕਦਮ ਗੁੱਸੇ 'ਚ ਆ ਗਿਆ। ਕਹਿੰਦਾ ਉਹ ਸ਼ੂਦਰਾ, ਤੇਰਾ ਪਰਛਾਵਾਂ ਮੇਰੇ ਤੇ ਪੈ ਗਿਆ, ਮੈਂ ਪਿੱਟਿਆ ਗਿਆ, ਹੁਣ ਮੈਨੂੰ ਗਾਇਤਰੀ ਮੰਤਰ ਪੜ੍ਹਨਾ ਪਵੇਗਾ ਤਾਂ ਪਵਿੱਤਰ ਹੋਵਾਂਗਾ। ਜਦੋਂ ਪੰਡਤ ਨੇ ਗੱਲ ਕਹੀ ਤੇ ਫਿਰ ਭਗਤ ਨਾਮਦੇਵ ਜੀ ਬੋਲੇ। ਭਗਤ ਨਾਮਦੇਵ ਜੀ ਕਹਿੰਦੇ ਆਜ ਨਾਮੇ ਬੀਠਲ ਦੇਖਿਆ। ਭਗਤ ਨਾਮਦੇਵ ਜੀ ਕਹਿੰਦੇ ਅੱਜ ਮੈਂ ਆਪਣੇ ਬੀਠਲ ਭਗਵਾਨ ਦਾ ਇੱਕ ਅਚਰਜ ਕੌਤਕ ਵੇਖਿਆ। ਹੇ ਮੂਰਖ ਪੰਡਤ, ਮੈਂ ਤੈਨੂੰ ਉਹ ਗੱਲ ਸਮਝਾਉਣਾ, ਸਮਝ। ਪੰਡਤਾ ਤੂੰ ਮੂਰਖ ਹੈ ਕਿ ਕਿਸੇ ਮਨੁੱਖ ਦੇ ਪਰਛਾਵੇਂ ਨਾਲ ਕੋਈ ਭਿੱਟ ਜਾਂਦਾ?
ਤੇ ਕਹਿਣਾ ਮੈਂ ਪਿੱਟਿਆ ਗਿਆ ਤੇ ਗਾਇਤਰੀ ਮੰਤਰ ਪੜਾਂਗਾ ਤੇ ਸ਼ੁੱਧ ਹੋ ਜਾਵਾਂਗਾ। ਸੁਣ, ਜਿਸ ਗਾਇਤਰੀ ਮੰਤਰ ਤੇ ਤੂੰ ਮਾਣ ਕਰਦਾ ਉਹਦੇ ਬਾਰੇ ਸ਼ਾਸਤਰਾਂ 'ਚ ਕੀ ਲਿਖਿਆ, ਉਹਦੇ ਬਾਰੇ ਕੀ ਲਿਖਿਆ ਪੁਰਾਣਾ ਵਿੱਚ, ਉਹ ਵੀ ਸੁਣ ਲੈ ਮੂਰਖਾ, ਮੈਂ ਤੈਨੂੰ ਸਮਝਾਉਂਦਾ ਹਾਂ। ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੇ ਥੇ। ਹੇ ਪਾਂਡੇ, ਜਿਹੜੀ ਗਾਇਤਰੀ ਮੰਤਰ ਤੇ ਤੂੰ ਗੁਰੂਰ ਕਰਦਾ, ਮਾਣ ਕਰਦਾ, ਵੇਖ ਕਿਵੇਂ ਉਹਨੂੰ ਵੀ ਸਰਾਪ ਸਹਿ ਕੇ ਲੋਧੇ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਜਾ ਕੇ ਖੇਤ ਚਰਨਾ ਪਿਆ। ਇਹਦੇ ਬਾਬਤ ਏਦਾਂ ਪੁਰਾਣਕ ਕਥਾ ਆਉਂਦੀ ਹੈ ਕਿ ਇੱਕ ਵਿਸ਼ਵਾਮਿੱਤਰ ਰਿਸ਼ੀ ਹੋਇਆ, ਬੜਾ ਕ੍ਰੋਧੀ ਸੀ। ਵਸ਼ਿਸ਼ਟ ਜੀ ਮਹਾਰਾਜ ਬੜੇ ਸੰਤਗਿਰੀ ਦੀ ਬਿਰਤੀ ਦੇ ਮਾਲਕ ਸਨ, ਭਗਵਾਨ ਰਾਮਚੰਦਰ ਜੀ ਦੇ ਗੁਰੂ ਸੀ। ਜਦੋਂ ਵਿਸ਼ਵਾਮਿੱਤਰ ਨੇ ਆਉਣਾ ਤਾਂ ਵਸ਼ਿਸ਼ਟ ਜੀ ਨੇ ਕਹਿਣਾ, ਆਓ ਰਾਜ ਰਿਸ਼ੀ। ਹੁਣ ਉਹ ਚਾਹੁੰਦਾ ਸੀ ਵੀ ਮੈਨੂੰ ਰਾਜ ਰਿਸ਼ੀ ਨਾ ਕਵੇ, ਮੈਨੂੰ ਕੱਲਾ ਰਿਸ਼ੀ ਕਹਿ ਕੇ ਸੰਬੋਧਨ ਕਰੇ। ਇਹਨੇ ਬਾਹਰ ਜਾਣਾ ਤੇ ਜਾ ਕੇ ਵਸ਼ਿਸ਼ਟ ਜੀ ਦਾ ਇੱਕ ਪੁੱਤਰ ਲੈਣਾ ਤੇ ਉਹਨੂੰ ਮਾਰ ਦੇਣਾ। 100 ਪੁੱਤਰ ਵਸ਼ਿਸ਼ਟ ਜੀ ਦੇ ਮਾਰ ਦਿੱਤੇ ਇਹਨੇ। ਵਸ਼ਿਸ਼ਟ ਜੀ ਨੂੰ ਪਤਾ ਲੱਗਾ ਤੇ ਵਿਸ਼ਵਾਮਿੱਤਰ ਨੂੰ ਆਖਿਆ ਵੀ ਉਹ ਤੂੰ ਐਡੇ ਬ੍ਰਾਹਮਣ ਮਾਰੇ ਨੇ, ਇਹ ਬ੍ਰਾਹਮਣ ਹੱਤਿਆ ਦਾ ਦੋਸ਼ ਤੇਰੇ ਤੋਂ ਲੈਂਦਾ ਕਿਵੇਂ ਹੈ? ਵੀ ਤੈਨੂੰ ਇਹ ਪਾਪ ਨਹੀਂ ਲੱਗਾ ਹਾਲੇ ਤਾਈਂ? ਉਹ ਕਹਿੰਦਾ ਮੈਨੂੰ ਪਾਪ ਤਾਂ ਨਹੀਂ ਲੱਗਾ ਵੀ ਜਦੋਂ ਮੈਂ ਤੇਰਾ ਪੁੱਤਰ ਮਾਰ ਕੇ ਜਾਣਾ ਤੇ ਜਾ ਕੇ ਮੈਂ ਗਾਇਤਰੀ ਮੰਤਰ ਦਾ ਜਾਪ ਕਰਦਾ ਤੇ ਮੇਰਾ ਉਹ ਦੋਸ਼ ਮੁਕਤ ਹੋ ਜਾਣਾ, ਮੈਂ ਦੋਸ਼ ਕੱਟਿਆ ਜਾਂਦਾ ਮੇਰਾ। ਵਸ਼ਿਸ਼ਟ ਜੀ ਵੀ ਰਸ ਵਿੱਚ ਆਏ ਔਰ ਵਸ਼ਿਸ਼ਟ ਜੀ ਮਹਾਰਾਜ ਜੀ ਨੇ ਗਾਇਤਰੀ ਮੰਤਰ ਨੂੰ ਸ਼ਰਾਪ ਦਿੱਤਾ ਵੀ ਜਾ ਧਰਤੀ ਤੇ ਗਊ ਦਾ ਰੂਪ ਧਾਰਨ ਕਰਕੇ ਫਿਰਦੀ ਫਿਰ। ਕਹਿੰਦੇ ਉਸ ਵਕਤ ਉਹਦੇ ਕੁਝ ਅੱਖਰ ਜਿਹੜੇ ਸਨ ਉਹ ਵਸ਼ਿਸ਼ਟ ਜੀ ਨੇ ਘਟਾ ਦਿੱਤੇ, ਇਹਦੀ ਸ਼ਕਤੀ ਜਿਹੜੀ ਸੀ ਘਟਾ ਦਿੱਤੀ ਗਾਇਤਰੀ ਮੰਤਰ ਦੀ, ਪੂਰਨ ਨਹੀਂ ਰਹਿਣ ਦਿੱਤਾ। ਇਹ ਪੁਰਾਣਕ ਕਥਾ ਹੈ। ਪੁਰਾਣਾ ਵਿੱਚ ਸਨਾਤਨ ਧਰਮ ਦੇ ਗ੍ਰੰਥਾਂ ਵਿੱਚ ਇਹ ਵੇਰਵਾ ਆਉਂਦਾ। ਭਗਤ ਨਾਮਦੇਵ ਜੀ ਉਹਦਾ ਜ਼ਿਕਰ ਇੱਥੇ ਕਰ ਰਹੇ ਨੇ। ਕਹਿੰਦੇ ਜਿਹੜੀ ਗਾਇਤਰੀ ਮੰਤਰ ਦਾ ਤੂੰ ਜਾਪ ਕਰਕੇ ਕਹਿਣਾ ਵੀ ਮੈਂ ਭਿੱਟ ਤੋਂ ਬਚ ਜਾਗਾ, ਵੀ ਮੈਂ ਭਿੱਟਿਆ ਗਿਆ ਪੜਾਂਗਾ ਤੇ ਮੇਰੀ ਇਹ ਭਿੱਟ ਦੂਰ ਹੋ ਜਾਏਗੀ। ਕਹਿੰਦੇ ਉਹ ਜਿਹੜੀ ਗਾਇਤਰੀ ਸੀ ਲੋਧੇ ਕਾ ਖੇਤ ਖਾਤੀ ਥੀ। ਲੋਧਾ ਇੱਕ ਜ਼ਿਮੀਂਦਾਰ ਸੀ, ਉਹਦਾ ਖੇਤ ਜਾ ਕੇ ਉਹ ਚਰ ਰਹੀ ਸੀ। ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੇ ਥੇ। ਉਸ ਲੋਧੇ ਜ਼ਿਮੀਂਦਾਰ ਨੇ ਵੇਖਿਆ ਵੀ ਮੇਰੇ ਖੇਤ ਨੂੰ ਉਜਾੜਦੀ ਹੈ ਗਾਂ। ਉਹਦੇ ਹੱਥ 'ਚ ਡਾਂਗ ਸੀ, ਉਸ ਡਾਂਗ ਦੇ ਨਾਲ ਮਾਰ ਕੇ ਕਹਿੰਦੇ ਗਾਂ ਦੀ ਲੱਤ ਜਿਹੜੀ ਸੀ ਉਹ ਜਦੋਂ ਜ਼ੋਰ ਨਾਲ ਮਾਰੀ ਤੇ ਕਹਿੰਦੇ ਲੰਗੜੀ ਲੰਗੜੀ ਹੋਈ ਉਹ ਟੁਰੀ ਜਾਂਦੀ ਸੀ। ਕਹਿੰਦੇ ਜਿਹੜੀ ਆਪ ਲੰਗੜੀ ਹੋਈ ਫਿਰਦੀ ਆ ਪੰਡਿਆ, ਉਹ ਤੈਨੂੰ ਕਿਵੇਂ ਭਿੱਟ ਤੋਂ ਪਵਿੱਤਰ ਕਰੇਗੀ? ਰੱਬ ਦੇ ਬਣਾਏ ਬੰਦਿਆਂ ਦਾ ਛਾਂ ਤੇਰੇ ਤੇ ਪੈ ਗਿਆ ਤੇ ਤੂੰ ਕਹਿਣਾ ਮੈਂ ਪਿੱਟਿਆ ਗਿਆ। ਜੇ ਰੱਬ ਦੇ ਬਣਾਏ ਬੰਦਿਆਂ ਦੀ ਛਾਂ ਪੈਣ ਨਾਲ ਬੰਦਾ ਭਿੱਟ ਜਾਂਦਾ ਤੇ ਫਿਰ ਪਵਿੱਤਰ ਕਿਵੇਂ ਹੋਵੇਗਾ? ਉਹਦੇ ਨਾਲ ਕਿਵੇਂ ਪਵਿੱਤਰ ਹੋ ਜਾਏਗਾ ਤੂੰ? ਹਾਂਜੀ। ਪਾਂਡੇ ਤੁਮਰਾ ਮਹਾਂਦਿਓ ਤੌਲੇ ਬਲਦ ਚੜਿਆ ਆਵਤ ਦੇਖਿਆ ਥਾ। ਇਹ ਪਾਂਡੇ ਤੁਹਾਡਾ ਮਹਾਦੇਵ ਉਹ ਵੀ ਚਿੱਟੇ ਰੰਗ ਦੇ ਬਲ ਤੇ ਚੜਦਾ ਮੈਂ ਆਇਆ ਵੇਖਿਆ ਹੈ। ਮੋਦੀ ਕੇ ਕਰ ਖਾਣਾ ਪਾਕਾ ਬਾਕਾ ਲੜਕਾ ਮਾਰਿਆ ਥਾ। ਕਹਿੰਦੇ ਮੋਦੀ ਯਾਨੀ ਕਿ ਘਰ ਵਾਲੀ ਸੀ ਸ਼ਿਵਜੀ ਭਗਵਾਨ ਦੀ ਪਾਰਵਤੀ, ਉਹਨੂੰ ਇੱਥੇ ਮੋਦੀ ਕਿਹਾ। ਮੋਦੀ ਜਿਹਦੇ ਘਰ ਖੁਸ਼ੀ ਹੋਵੇ। ਘਰ ਵਿੱਚ ਪ੍ਰਸ਼ਾਦਾ ਪੱਕਾ ਸੀ ਤੇ ਸ਼ਿਵ ਦੇ ਪ੍ਰਸ਼ਾਦਾ ਛਕਣ ਦਾ ਵੇਲਾ ਹੋਇਆ ਤੇ ਘਰ ਆਉਣ ਲੱਗੇ ਤੇ ਪਾਰਵਤੀ ਨੇ ਇਸ਼ਨਾਨ ਕਰਨਾ ਸੀ।
ਆਪਣੇ ਵਟਣੇ ਤੋਂ ਗਣੇਸ਼ ਦੀ ਮੂਰਤੀ ਬਣਾ ਕੇ ਗਣੇਸ਼ ਦੀ ਰਚਨਾ ਕੀਤੀ। ਉਹਨੂੰ ਆਖਿਆ ਵੀ ਤੂੰ ਦਰਵਾਜ਼ੇ ਤੇ ਦੇਣਾ ਪਹਿਰਾ, ਕੋਈ ਅੰਦਰ ਨਾ ਆਵੇ, ਮੈਂ ਕਰਨ ਲੱਗੀ ਆ ਇਸ਼ਨਾਨ। ਉਧਰੋਂ ਭਗਵਾਨ ਸ਼ਿਵ ਆਏ ਤੇ ਅੱਗੇ ਦਰਵਾਜ਼ੇ ਤੇ ਗਣੇਸ਼ ਜੀ ਖੜੇ। ਉਹ ਆਖਣ ਮੈਂ ਅੰਦਰ ਜਾਣਾ, ਉਹ ਕਹਿੰਦੇ ਮੈਂ ਨਹੀਂ ਜਾਣਦਾ, ਤੂੰ ਕੌਣ ਹੈ? ਮੇਰੀ ਮਾਤਾ ਦਾ ਹੁਕਮ। ਭਗਵਾਨ ਨੇ ਆਖਿਆ ਵੀ ਮੈਨੂੰ ਮੇਰੇ ਘਰ 'ਚ ਹੀ ਜਾਣ ਤੋਂ ਰੋਕਣ ਵਾਲਾ ਤੂੰ ਕੌਣ ਹੁੰਦਾ ਓਏ? ਗੱਲ ਵਧੀ, ਰੋਸ ਵਿੱਚ ਕ੍ਰੋਧ ਵਿੱਚ ਆ ਕੇ ਭਗਵਾਨ ਸ਼ਿਵ ਨੇ ਗਣੇਸ਼ ਜੀ ਦਾ ਸਿਰ ਕੱਟ ਦਿੱਤਾ। ਵਾਕਾ ਲੜਕਾ ਮਾਰਿਆ ਥਾ, ਪਾਰਵਤੀ ਦਾ ਲੜਕਾ ਸੀ, ਉਹ ਮਾਰ ਦਿੱਤਾ। ਹੁਣ ਕਹਿੰਦੇ ਕ੍ਰੋਧਵਸ ਹੋ ਕੇ ਜਿਹਨੇ ਇੰਨਾ ਕੁਝ ਕਰ ਦਿੱਤਾ, ਉਹਦੀ ਆਰਾਧਨਾ ਤੂੰ ਕਰਕੇ ਕਹੇ ਵੀ ਮੈਂ ਸ਼ਾਂਤ ਹੋ ਜਾਵਾਂ, ਕਿਵੇਂ ਹੋ ਸਕਦਾ? ਇਹ ਪੰਡੇ, ਉਹਦੀ ਆਰਾਧਨਾ ਕਰਕੇ ਤੂੰ ਕਿਵੇਂ ਸ਼ਾਂਤ ਹੋ ਸਕਦਾ? ਹਾਂਜੀ। ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ। ਇਹ ਪਾਂਡੇ, ਮੈਂ ਤੁਹਾਡੇ ਭਗਵਾਨ ਰਾਮਚੰਦਰ ਨੂੰ ਵੀ ਵੇਖਿਆ ਹੈ। ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਰਾਵਣ ਦੇ ਨਾਲ ਬਰਾਬਰੀ ਹੋ ਗਈ ਉਹਨਾਂ ਦੀ। ਕਿਵੇਂ ਕਿ ਰਾਵਣ ਉਹਨਾਂ ਦੀ ਘਰ ਵਾਲੀ ਜੋਏ ਜਿਹੜੀ ਸੀ ਉਹਨੂੰ ਲੈ ਗਿਆ ਹਰ ਕੇ, ਉਹ ਰਾਵਣ ਦੇ ਨਾਲ ਈਰਖਾ ਹੋ ਗਈ, ਰਾਮਚੰਦਰ ਜੀ ਦਾ ਝਗੜਾ ਹੋ ਗਿਆ। ਹਿੰਦੂ ਅੰਨਾ ਤੁਰਕੂ ਕਾਣਾ। ਕਹਿੰਦੇ ਹਿੰਦੂ ਨੇਤਰਾਂ ਤੋਂ ਅੰਨਾ ਹੋ ਗਿਆ ਤੇ ਜਿਹੜਾ ਤੁਰਕ ਸੀ ਉਹ ਕਾਣਾ ਹੋ ਗਿਆ। ਦੋਹਾਂ ਤੇ ਗਿਆਨੀ ਸਿਆਣਾ। ਇਹਨਾਂ ਦੋਨਾਂ ਤੋਂ ਜਿਹੜਾ ਗਿਆਨਵਾਨ ਹੈ ਉਹ ਸਿਆਣਾ ਹੈ। ਖਾਲਸਾ ਜੀ, ਇੱਥੇ ਆਮ ਕਰਕੇ ਕਈ ਵੀਰ ਇਹਨਾਂ ਦੋਨਾਂ ਮਜ਼ਹਬਾਂ ਦਾ ਖੰਡਨ ਕਰਕੇ ਕਹਿੰਦੇ ਜੀ ਅਸੀਂ ਸਿਆਣੇ। ਖਾਲਸਾ ਜੀ, ਕੀ ਹਿੰਦੂਆਂ 'ਚ ਗਿਆਨੀ ਨਹੀਂ ਹੁੰਦੇ? ਮੁਸਲਮਾਨਾਂ 'ਚ ਗਿਆਨੀ ਨਹੀਂ ਹੁੰਦੇ? ਤਤਵ ਗਿਆਨੀ ਹਿੰਦੂਆਂ ਵਿੱਚ ਵੀ ਕਿੱਡੇ ਕਿੱਡੇ ਮਹਾਂਪੁਰਸ਼ ਮਹਾਤਮਾ ਹੋਏ ਨੇ, ਮੁਸਲਮਾਨਾਂ 'ਚ ਵੀ ਕਿੱਡੇ ਕਿੱਡੇ ਪੀਰ ਔਲੀਏ ਹੋਏ, ਫਰੀਦ ਜੀ ਜੈਸੇ ਮਹਾਂਪੁਰਸ਼, ਉਹ ਗਿਆਨੀ ਨਹੀਂ? ਇੱਥੇ ਗਿਆਨਵਾਨ ਦੀ ਗੱਲ ਹੋ ਰਹੀ ਹੈ। ਕਹਿੰਦੇ ਜਿਹੜੇ ਕੱਟੜਤਾ ਵਿੱਚ ਵੱਧ ਹੋ ਕੇ ਵੀ ਅਸੀਂ ਚੰਗੇ ਭਗਤ ਜੀ ਕਹਿੰਦੇ ਜਿਹੜਾ ਗਿਆਨਵਾਨ ਤਤਵ ਗਿਆਨੀ ਹੈ ਉਹ ਸਿਆਣਾ। ਹਿੰਦੂ ਅੰਨਾ ਹੈ ਜਿਹਦੇ ਕੋਲ ਭਗਤੀ ਭਾਵਨਾ ਰੂਪੀ ਨੇਤਰ ਨਹੀਂ, ਗਿਆਨ ਰੂਪੀ ਨੇਤਰ ਨਹੀਂ। ਮੁਸਲਮਾਨ ਕੋਲ ਇੱਕ ਅੱਖ ਸੀ, ਉਹ ਵੀ ਕੋਈ ਨਹੀਂ ਹੈ, ਉਹ ਕੱਲਾ ਇੱਕ ਖੁਦਾ ਨੂੰ ਮੰਨਣ ਵਾਲਾ ਸੀ, ਉਹ ਵੀ ਅੱਖ ਕੋਈ ਨਹੀਂ ਹੈ ਉਹਦੇ ਪਾਸ। ਦੋਹਾਂ ਤੋਂ ਗਿਆਨਵਾਨ ਜਿਹੜਾ ਤਤਵ ਗਿਆਨੀ ਹੈ ਉਹ ਸਿਆਣਾ ਹੈ। ਹਾਂਜੀ। ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ। ਹਿੰਦੂ ਦਿਉਰੇ ਵਿੱਚ ਜਾ ਕੇ ਭਗਵਾਨ ਨੂੰ ਪੂਜਦਾ ਤੇ ਮੁਸਲਮਾਨ ਕਹਿੰਦਾ ਸਾਡਾ ਖੁਦਾ ਮਸੀਤ ਵਿੱਚ ਆ, ਅਸੀਂ ਉਹਨੂੰ ਪੂਜਦੇ ਹਾਂ। ਦੋਨਾਂ ਨੇ ਇਹ ਸਮਝਿਆ ਹੋਇਆ ਹੈ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ। ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਉਹਨੂੰ ਸੇਵਦਾ ਜਿਹੜਾ ਨਾ ਕਿਸੇ ਦਿਉਰੇ ਵਿੱਚ ਬੱਧ ਹੈ ਤੇ ਨਾ ਕਿਸੇ ਮਸੀਤ ਵਿੱਚ ਬੰਨਿਆ ਹੋਇਆ, ਜਿਹੜਾ ਸਰਬ ਥਾਵਾਂ ਵਿੱਚ ਵਿਆਪਕ ਹੈ ਤੇ ਹਰ ਜਗ੍ਹਾ ਤੇ ਵਸਦਾ ਹੈ। ਮੈਂ ਉਹਨੂੰ ਧਿਆਉਂਦਾ ਹਾਂ, ਮੈਂ ਉਹਨੂੰ ਸੇਵਦਾ ਤੇ ਉਹਨੂੰ ਆਰਾਧਦਾ ਹਾਂ। ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਇੱਥੇ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਕੀਤੀ ਹੈ। ਉਹਦੇ ਤੋਂ ਬਿਨਾਂ ਬਾਕੀ ਸਭ ਕੂੜ ਹੈ। ਇਹ ਭਗਤ ਨਾਮਦੇਵ ਜੀ ਦਰਸਾਉਣਾ ਚਾਹੁੰਦੇ ਵੀ ਅਕਾਲ ਦੀ ਪੂਜਾ ਕਰਨੀ ਹੈ, ਪਰਮੇਸ਼ਰ ਦੀ ਪੂਜਾ ਕਰਨੀ ਹੈ, ਉਹਦੀ ਆਰਾਧਨਾ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਬੋਧ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਉਜਾਗਰ ਹੋਵੇ। ਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮੱਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਸ਼ਾਮ ਦੇ ਸਮੇਂ ਚੱਲ ਰਹੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ, ਉਹਦੀ ਸਮਾਪਤੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਦੀਵਾਨ ਹਾਲ ਵਿੱਚ 7 ਅਗਸਤ ਦਿਨ ਐਤਵਾਰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਹੋਵੇਗੀ। ਔਰ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਦੀ ਆਰੰਭਤਾ ਹੋਵੇਗੀ
ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।